Hello students, in this lecture we discuss theories of cost. Theories of cost can be divided into two parts, traditional theory and modern theory. The main difference between traditional and modern theory of cost is that traditional economists ਦਾ belief ਸੀ ਕਿ ਐਵਰੇਜ ਤੇ ਮਾਰਜਨਲ ਕੋਸਟ ਕਰਵ ਯੂ ਸ਼ੇਪ ਦੀ ਹੁੰਦੀ ਆ ਜਦ ਕਿ ਮਾਡਰਨ ਇਕੋਨੋਮਿਸਟ ਦੇ ਅਕੋਰਡਿੰਗ ਉਹ ਐਲ ਸ਼ੇਪਸ ਹੁੰਦੀਆਂ In this lecture, first we discuss traditional theory of cost. In traditional theory, on the basis of time period, costs are studied in two parts, cost in the short run and cost in the long run. ਜਿਸ ਤਰ੍ਹਾਂ ਸ਼ਾਰਟ ਰਨ ਦੇ ਵਿੱਚ ਦੋ ਤਰ੍ਹਾਂ ਦੇ ਵੇਰੀਏਬਲ ਹੁੰਦੇ ਆ ਫਿਕਸਡ ਐਂਡ ਵੇਰੀਏਬਲ ਉਸੇ ਤਰ੍ਹਾਂ ਕੋਸਟ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਫਿਕਸਡ ਐਂਡ ਵੇਰੀਏਬਲ ਕੋਸਟ In short, cost is the reciprocal of productivity. Short run cost may be classified as follow. Short run cost ਨੂੰ ਤਿੰਨ ਕੈਟਾਗਰੀਜ਼ ਵਿੱਚ ਡਿਵਾਈਡ ਕੀਤਾ ਜਾਂਦਾ ਟੋਟਲ ਕੋਸਟ ਐਵਰੇਜ ਕੋਸਟ ਐਂਡ ਮਾਰਜਨਲ ਕੋਸਟ ਮਾਰਜਨਲ ਕੋਸਟ ਹਮੇਸ਼ਾ ਹੀ ਵੇਰੀਏਬਲ ਕੋਸਟ ਹੁੰਦੀ ਹੈ ਟੋਟਲ ਕੋਸਟ ਅੱਗੇ ਦੋ ਪਾਰਟਸ ਵਿੱਚ ਡਿਵਾਈਡਡ ਹੁੰਦੀ ਟੋਟਲ ਫਿਕਸਡ ਕੋਸਟ ਐਂਡ ਟੋਟਲ ਵੇਰੀਏਬਲ ਕੋਸਟ ਐਵਰੇਜ ਕੋਸਟ ਦੇ ਦੋ ਪਾਰਟਸ ਹੁੰਦੇ ਹਨ ਐਵਰੇਜ ਫਿਕਸਡ ਕੋਸਟ ਐਂਡ ਐਵਰੇਜ ਵੇਰੀਏਬਲ ਕੋਸਟ ਫਸਟ ਵੀ ਡਿਸਕਸ ਟੋਟਲ ਕੋਸਟ Total cost is the sum of total fixed cost and total variable cost for each output level. ਟੋਟਲ ਕੋਸਟ ਕੀ ਹੈ ਕਿਸੇ ਚੀਜ਼ ਦਾ ਪ੍ਰੋਡਕਸ਼ਨ ਕਰਨ ਦੇ ਲਈ ਜਿੰਨੀ ਕੋਸਟ ਲੱਗਦੀ ਆ ਉਸਨੂੰ ਕੀ ਕਿਹਾ ਜਾਂਦਾ ਜਿੰਨੀ ਫਿਕਸਡ ਫੈਕਟਰ 'ਤੇ ਲੱਗਦੀ ਹੈ ਜਿੰਨੀ ਵੇਰੀਏਬਲ ਫੈਕਟਰਸ 'ਤੇ ਲੱਗਦੀ ਆ ਜਿੰਨੀ ਫਿਕਸਡ ਐਂਡ ਵੇਰੀਏਬਲ ਫੈਕਟਰਸ 'ਤੇ ਕੋਸਟ ਲੱਗਦੀ ਆ ਉਹਨਾਂ ਦੀ ਟੋਟਲ ਕੋਸਟ ਨੂੰ ਉਹਨਾਂ ਦੀ ਜਿੰਨੀ ਕੋਸਟ ਲੱਗਦੀ ਹੈ ਉਸਨੂੰ ਟੋਟਲ ਕੋਸਟ ਕਿਹਾ ਜਾਂਦਾ ਜਦੋਂ ਆਊਟਪੁੱਟ ਇਨਕਰੀਜ਼ ਕਰਦਾ ਆ ਅਤੇ ਟੋਟਲ ਕੋਸਟ ਵੀ ਇਨਕਰੀਜ਼ ਕਰਦੀ ਆ ਨੈਕਸਟ ਇਜ਼ ਟੋਟਲ ਫਿਕਸਡ ਕੋਸਟ ਦ ਕੋਸਟ ਆਫ ਫਿਕਸਡ ਇਨਪੁਟਸ ਆਰ ਕੋਲਡ ਟੋਟਲ ਫਿਕਸਡ ਕੋਸਟ ਜਿਹੜੇ ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਆ ਉਹਨਾਂ ਦੇ ਉੱਪਰ ਜਿਹੜੀ ਪੈਸਾ ਖਰਚਿਆ ਜਾਂਦਾ ਆ ਉਸਨੂੰ ਕਿਹਾ ਜਾਂਦਾ ਟੋਟਲ ਫਿਕਸਡ ਕੋਸਟ ਕੁਆਂਟਿਟੀ ਆਫ ਆਊਟਪੁੱਟ ਵਿੱਚ ਚੇਂਜ ਹੋਣ ਦੇ ਨਾਲ ਜਿਹੜੀ ਫਿਕਸਡ ਕੋਸਟ ਆ ਉਹ ਚੇਂਜ ਨਹੀਂ ਹੁੰਦੀ ਇਹ ਆਊਟਪੁੱਟ ਵਿੱਚ ਚੇਂਜ ਹੋਣ ਦੇ ਨਾਲ ਫਿਕਸਡ ਕੋਸਟ ਚੇਂਜ ਨਹੀਂ ਹੁੰਦੀ ਇਹ ਫਿਕਸਡ ਰਹਿੰਦੀ ਆ ਪ੍ਰੋਡਕਸ਼ਨ ਭਾਵੇਂ ਮੈਕਸੀਮਮ ਹੋਵੇ ਜਾਂ ਜ਼ੀਰੋ ਹੋਵੇ ਫਿਕਸਡ ਕੋਸਟ ਹਮੇਸ਼ਾ ਸੇਮ ਰਹਿੰਦੀ ਆ ਫਿਕਸਡ ਕੋਸਟ ਜਨਰਲੀ ਇਨਕਲੂਡਸ ਦੀ ਫੋਲੋਇੰਗ ਐਕਸਪੈਂਡੀਚਰ ਰੈਂਟ ਸੈਲਰੀ ਆਫ ਐਡਮਿਨਿਸਟ੍ਰੇਟਿਵ ਸਟਾਫ interest on fixed capital, license fees, reward for entrepreneur services or normal profit, depreciation, insurance. Suppose ਇੱਕ ਫੈਕਟਰੀ ਆ ਉਸ ਦੇ ਵਿੱਚ ਅਗਰ ਕਾਰਪੈਟਸ ਬਣਦੇ ਉਹਦੀ ਫਿਕਸਡ ਕੋਸਟ 100 ਰੁਪੀਜ਼ ਆ ਅਗਰ ਉਸ ਵਿੱਚ ਕੋਈ ਵੀ ਕਾਰਪੈਟ ਨਾ ਬਣੇ ਤਾਂ ਵੀ ਫਿਕਸਡ ਕੋਸਟ 100 ਰੁਪੀਜ਼ ਰਹੇਗੀ ਅਗਰ 6 to 7 ਰੋਜ਼ ਦੇ ਅਗਰ 6 to 7 ਕਾਰਪੈਟਸ ਬਣਦੇ ਆ ਤਾਂ ਵੀ ਫਿਕਸਡ ਕੋਸਟ ਸੇਮ ਰਹੇਗੀ ਦੈਟ ਮੀਨਸ ਕਿ ਪ੍ਰੋਡਕਸ਼ਨ ਭਾਵੇਂ ਜ਼ੀਰੋ ਹੋਵੇ ਜਾਂ 7-8 ਜਿੰਨੇ ਵੀ ਯੂਨਿਟਸ ਹੋਵੇ ਫਿਕਸਡ ਕੋਸਟ ਕੀ ਰਹਿੰਦੀ ਹੈ ਸੇਮ ਰਹਿੰਦੀ ਆ ਇਸ ਤਰ੍ਹਾਂ ਜਿਹੜੀ ਟੋਟਲ ਫਿਕਸਡ ਕੋਸਟ ਉਹ ਹੁੰਦੀ ਆ ਕਿ ਪ੍ਰੋਡਕਸ਼ਨ ਵਿੱਚ ਚੇਂਜ ਹੋਣ ਦੇ ਨਾਲ ਫਿਕਸਡ ਕੋਸਟ ਵਿੱਚ ਕੋਈ ਚੇਂਜ ਨਹੀਂ ਆਉਂਦਾ ਨੈਕਸਟ ਇਜ਼ ਟੋਟਲ ਵੇਰੀਏਬਲ ਕੋਸਟ ਵੇਰੀਏਬਲ ਕੋਸਟ ਕੀ ਹੁੰਦੀ ਆ ਉਹ ਕੋਸਟ ਹੁੰਦੀ ਹੈ ਵਿਚ ਆਰ ਇਨਕਰਡ ਔਨ ਦਾ ਯੂਜ਼ ਆਫ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਜਦੋਂ ਅਸੀਂ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਜਿਹੜੀ ਕੋਸਟ ਪੇ ਕਰਦੇ ਹਾਂ ਉਸਨੂੰ ਵੇਰੀਏਬਲ ਕੋਸਟ ਕਿਹਾ ਜਾਂਦਾ ਆ ਵੇਰੀਏਬਲ ਕੋਸਟ ਲੈਵਲ ਆਫ ਆਊਟਪੁੱਟ ਵਿੱਚ ਚੇਂਜ ਹੋਣ ਦੇ ਨਾਲ ਚੇਂਜ ਹੁੰਦੀ ਆ ਦੈਟ ਮੀਨਸ ਕਿ ਅਗਰ ਆਊਟਪੁੱਟ ਚੇਂਜ ਹੁੰਦਾ ਆ ਲੈਵਲ ਆਫ ਆਊਟਪੁੱਟ ਦੈਨ ਵੇਰੀਏਬਲ ਕੋਸਟ ਵੀ ਚੇਂਜ ਹੁੰਦੀ ਆ ਵੇਰੀਏਬਲ ਕੋਸਟ ਨੂੰ ਪ੍ਰਾਈਮ ਕੋਸਟ ਡਾਇਰੈਕਟ ਕੋਸਟ ਵੀ ਕਿਹਾ ਜਾਂਦਾ ਆ ਵੇਰੀਏਬਲ ਕੋਸਟ ਵਿੱਚ ਜਨਰਲੀ ਇਨਕਲੂਡਡ ਐਕਸਪੈਂਸਿਸ ਔਨ ਰॉ ਮਟੀਰੀਅਲ ਵੇਜਸ ਆਫ ਲੇਬਰ ਇਲੈਕਟ੍ਰੀਸਿਟੀ ਚਾਰਜਸ ਵੀਅਰ ਐਂਡ ਟੀਅਰ ਐਕਸਪੈਂਸਿਸ ਦੈਟ ਇਜ਼ ਡੈਪਰੀਸੀਏਸ਼ਨ ਜਿਵੇਂ ਜਿਵੇਂ ਆਊਟਪੁੱਟਸ ਇਨਕਰੀਜ਼ ਕਰਦਾ ਜਾਂਦਾ ਆ ਟੋਟਲ ਵੇਰੀਏਬਲ ਕੋਸਟ ਵੀ ਇਨਕਰੀਜ਼ ਕਰਦੀ ਜਾਂਦੀ ਦੈਟ ਮੀਨਸ ਜਦੋਂ ਇੱਕ ਫਰਮ ਦੇ ਵਿੱਚ ਪ੍ਰੋਡਕਸ਼ਨ ਇਨਕਰੀਜ਼ ਜ਼ਿਆਦਾ ਕੀਤਾ ਜਾਂਦਾ ਸਾਨੂੰ ਲੇਬਰਸ ਦੀ ਰॉ ਮਟੀਰੀਅਲ ਦੀ ਜ਼ਿਆਦਾ ਜ਼ਰੂਰਤ ਪੈਂਦੀ ਆ ਉਸਦੀ ਜ਼ਿਆਦਾ ਜ਼ਰੂਰਤ ਹੋਣ ਕਰਕੇ ਉਸਦੇ ਉੱਪਰ ਕੋਸਟ ਵੀ ਵੱਧਦੀ ਆ ਦੈਟ ਮੀਨਸ ਜਦੋਂ ਆਊਟਪੁੱਟ ਵੱਧਦਾ ਉਹਨਾਂ ਉੱਪਰ ਕੋਸਟ ਵੱਧਦੀ ਆ ਦੈਟ ਮੀਨਸ ਵੇਰੀਏਬਲ ਕੋਸਟ ਇਨਕਰੀਜ਼ ਕਰਦੇ ਆ ਇਸ ਤਰ੍ਹਾਂ ਵੇਰੀਏਬਲ ਕੋਸਟ ਉਹ ਹੁੰਦੀ ਆ ਕਿ ਪ੍ਰੋਡਕਸ਼ਨ ਜਾਂ ਆਊਟਪੁੱਟ ਵਿੱਚ ਚੇਂਜ ਹੋਣ ਦੇ ਨਾਲ ਵੇਰੀਏਬਲ ਕੋਸਟ ਚੇਂਜ ਹੁੰਦੀ ਆ ਅਗਰ ਅਸੀਂ ਪ੍ਰੋਡਕਸ਼ਨ ਘੱਟ ਕਰਾਂਗੇ ਸਾਨੂੰ ਲੇਬਰ ਵੀ ਘੱਟ ਜ਼ਰੂਰਤ ਪਏਗੀ ਰॉ ਮਟੀਰੀਅਲ ਦੀ ਇਸ ਲਈ ਵੇਰੀਏਬਲ ਕੋਸਟ ਵੀ ਘੱਟ ਹੋਏਗੀ
ਟੇਬਲ 2 ਦੇ ਵਿੱਚ ਜਦੋਂ ਆਊਟਪੁੱਟ 0 ਸੀ ਵੇਰੀਏਬਲ ਕਾਸਟ 0 ਸੀ, ਜਦੋਂ ਆਊਟਪੁੱਟ 8 ਆ ਵੇਰੀਏਬਲ ਕਾਸਟ ਕਿੰਨੀ ਵੱਧ ਕੇ ਹੋ ਗਈ 62 ਇਨਕਰੀਜ਼ ਕਰਕੇ 62 ਹੋ ਗਈ। ਟੋਟਲ ਕਾਸਟ ਇਜ਼ ਦੀ ਸਮ ਆਫ ਦ ਟੋਟਲ ਫਿਕਸਡ ਕਾਸਟ ਐਂਡ ਟੋਟਲ ਵੇਰੀਏਬਲ ਕਾਸਟ। ਟੋਟਲ ਕਾਸਟ ਟੋਟਲ ਫਿਕਸਡ ਕਾਸਟ ਅਤੇ ਟੋਟਲ ਵੇਰੀਏਬਲ ਕਾਸਟ ਦਾ ਸਮ ਹੁੰਦਾ ਇਹਨਾਂ ਨੂੰ ਜੁਆਇੰਟ ਕਰਕੇ ਅਸੀਂ ਟੋਟਲ ਕਾਸਟ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਜਦੋਂ ਆਊਟਪੁੱਟ ਇਨਕਰੀਜ਼ ਕਰਦਾ ਦੈਨ ਟੋਟਲ ਕਾਸਟ ਵੀ ਇਨਕਰੀਜ਼ ਕਰਦੀ ਹੈ। ਜਦੋਂ ਆਊਟਪੁੱਟ 0 ਆ ਦੈਨ ਉਸ ਟਾਈਮ ਟੋਟਲ ਕਾਸਟ 10 ਆ, ਬਿਕੋਜ਼ ਕਿਉਂਕਿ ਫਿਕਸਡ ਕਾਸਟ ਤਾਂ ਵੀ ਫਿਕਸਡ ਕਾਸਟ ਸੇਮ ਰਹਿੰਦੀ ਆ, ਭਾਵੇਂ ਆਊਟਪੁੱਟ 0 ਭਾਵੇਂ ਨਾ ਵੀ ਭਾਵੇਂ ਆਊਟਪੁੱਟ ਹੋਵੇ ਭਾਵੇਂ ਆਊਟਪੁੱਟ 0 ਹੋਵੇ, ਇਸ ਲਈ ਟੋਟਲ ਕਾਸਟ ਵੀ ਕਿੰਨੀ ਹੋਏਗੀ 0 ਹੋਏਗੀ। ਜਦੋਂ ਆਊਟਪੁੱਟ 8 ਯੂਨਿਟਸ ਆ ਟੋਟਲ ਕਾਸਟ ਕਿੰਨੀ ਆ ਦੈਟ ਇਜ਼ 72। ਇਸ ਤਰ੍ਹਾਂ ਜਿਹੜੀ ਟੋਟਲ ਕਾਸਟ ਆ ਉਹ ਸਮ ਹੁੰਦੀ ਟੋਟਲ ਫਿਕਸਡ ਕਾਸਟ ਅਤੇ ਟੋਟਲ ਵੇਰੀਏਬਲ ਕਾਸਟ ਦਾ। ਨੈਕਸਟ ਇਜ਼ ਸਿਗਨੀਫਿਕੈਂਸ ਆਫ ਡਿਫਰੈਂਸ ਬਿਟਵੀਨ ਫਿਕਸਡ ਐਂਡ ਵੇਰੀਏਬਲ ਕਾਸਟ। First point is production decision during depression or decision regarding shutdown. In the short period on account of depression, ਜਦੋਂ ਸ਼ਾਰਟ ਪੀਰੀਅਡ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਜਦੋਂ ਡਿਮਾਂਡ ਬਹੁਤ ਘੱਟ ਜਾਂਦੀ ਹੈ ਕਿਸੇ ਕੋਮੋਡਿਟੀ ਦੇ ਵਿੱਚ ਅਤੇ ਪ੍ਰਾਈਜ਼ਸ ਬਹੁਤ ਘੱਟ ਜਾਂਦੀਆਂ ਅਤੇ ਉਸ ਟਾਈਮ ਫਰਮ ਨੂੰ ਡਿਸੀਜ਼ਨ ਲੈਣਾ ਪੈਂਦਾ ਹੈ ਕਿ ਉਹ ਆਪਣੇ ਪ੍ਰੋਡਕਸ਼ਨ ਨੂੰ ਕੰਟੀਨਿਊਸ ਕਰੇ ਕਿ ਉਸ ਨਾਲ ਪ੍ਰੋਡਕਸ਼ਨ ਕਰਨਾ ਬੰਦ ਕਰ ਦੇਵੇ। ਸ਼ਾਰਟ ਪੀਰੀਅਡ ਦੇ ਵਿੱਚ ਅਗਰ ਫਰਮ ਆਪਣੇ ਪ੍ਰੋਡਕਸ਼ਨ ਨੂੰ ਬੰਦ ਕਰ ਦਿੰਦੀ ਆ ਤਾਂ ਵੀ ਉਸਨੂੰ ਫਿਕਸਡ ਕਾਸਟ ਦਾ ਜਿਹੜਾ ਲੋਸ ਆ ਉਹ ਸਹਿਣਾ ਪੈਂਦਾ ਆ। ਦੈਟ ਇਜ਼ ਲਾਈਕ ਰੈਂਟ ਆਫ ਫੈਕਟਰੀ ਪ੍ਰੀਮਾਈਜ਼ਸ ਹੋ ਗਿਆ, ਇੰਟਰਸਟ ਔਨ ਫਿਕਸਡ ਕੈਪੀਟਲ ਐਕਸੈਕਟਰਾ। ਦੈਟ ਮੀਨ ਫਿਕਸਡ ਕਾਸਟ ਉਸਨੂੰ ਫਿਰ ਵੀ ਅਗਰ ਉਹ ਪ੍ਰੋਡਕਸ਼ਨ ਬੰਦ ਵੀ ਕਰ ਦਿੰਦੀ ਆ ਫਿਰ ਵੀ ਉਸਨੂੰ ਫਿਕਸਡ ਕਾਸਟ ਦਾ ਜਿਹੜਾ ਲੋਸ ਆ ਉਹ ਸਹਿਣਾ ਪਏਗਾ। ਇਨ ਅਦਰ ਵਰਡਸ ਦ ਫਰਮ ਵਿਲ ਹੈਵ ਟੂ ਬੇਅਰ ਦ ਲੋਸ ਇਕੁਅਲੈਂਟ ਟੂ ਫਿਕਸਡ ਕਾਸਟ ਇਨ ਦੀ ਇਵੈਂਟ ਆਫ ਕਲੋਜ਼ਰ ਆਫ ਪ੍ਰੋਡਕਸ਼ਨ ਫॉर ਏ ਸ਼ਾਰਟ ਪੀਰੀਅਡ। ਇਸ ਲਈ ਡਿਊਰਿੰਗ ਡਿਪਰੈਸ਼ਨ ਜਦੋਂ ਪ੍ਰਾਈਜ਼ਸ ਘੱਟ ਜਾਂਦੀਆਂ ਇੱਕ ਫਰਮ ਇਹ ਸੋਚਦੀ ਆ ਕਿ ਅਗਰ ਉਸਨੂੰ ਜਿਹੜੀ ਪ੍ਰਾਈਸ ਆ ਅਗਰ ਫਰਮ ਨੂੰ ਆਪਣੇ ਪ੍ਰੋਡਕਟ ਦੀ ਪ੍ਰਾਈਸ ਵੇਰੀਏਬਲ ਕਾਸਟ ਦੇ ਇਕੁਅਲ ਮਿਲ ਜਾਂਦੀ ਹੈ ਅਤੇ ਫਰਮ ਪ੍ਰੋਡਕਸ਼ਨ ਕੰਟੀਨਿਊ ਕਰ ਦੇਗੀ ਆਪਣੇ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਦੀ ਰਹੇਗੀ, ਕਿਉਂਕਿ ਉਸ ਟਾਈਮ ਉਸਨੂੰ ਲੋਸ ਕਿਸ ਦਾ ਹੋਏਗਾ ਫਿਕਸਡ ਕਾਸਟ ਦਾ ਲੋਸ ਹੋਏਗਾ। ਅਗਰ ਵੇਰੀਏਬਲ ਕਾਸਟ ਦੇ ਬਰਾਬਰ ਅਗਰ ਉਸਨੂੰ ਪ੍ਰਾਈਸ ਮਿਲਦੀ ਰਹੇਗੀ ਲੋਸ ਸਿਰਫ ਫਿਕਸਡ ਕਾਸਟ ਦਾ ਹੋਏਗਾ ਤਾਂ ਵੀ ਉਹ ਪ੍ਰੋਡਕਸ਼ਨ ਕਰਦੀ ਰਹੇਗੀ। ਅਗਰ ਉਹ ਪ੍ਰੋਡਕਸ਼ਨ ਬੰਦ ਵੀ ਕਰ ਦੇਗੀ ਤਾਂ ਵੀ ਉਸਨੂੰ ਕਿਉਂਕਿ ਲੋਸ ਹੋਏਗਾ ਫਿਕਸਡ ਕਾਸਟ ਦਾ, ਇਸ ਲਈ ਵੇਰੀਏਬਲ ਅਤੇ ਫਿਕਸਡ ਕਾਸਟ ਦੇ ਅਕੋਰਡਿੰਗ ਇੱਕ ਫਰਮ ਇਹ ਡਿਸੀਜ਼ਨ ਲੈਂਦੀ ਕਿ ਉਸਨੇ ਪ੍ਰੋਡਕਸ਼ਨ ਕਰਨਾ ਕਿ ਨਹੀਂ। ਇਸ ਲਈ ਡਿਊਰਿੰਗ ਡਿਪਰੈਸ਼ਨ ਦੇ ਵਿੱਚ ਇੱਕ ਫਰਮ ਉਦੋਂ ਤੱਕ ਪ੍ਰੋਡਕਸ਼ਨ ਕਰਦੀ ਰਹਿੰਦੀ ਆ ਜਦੋਂ ਤੱਕ ਉਸਨੂੰ ਵੇਰੀਏਬਲ ਕਾਸਟ ਦੇ ਬਰਾਬਰ ਪ੍ਰਾਈਸ ਮਿਲਦੀ ਰਹਿੰਦੀ ਆਪਣੀ ਗੁੱਡਸ ਦੀ। ਜਦੋਂ ਵੇਰੀਏਬਲ ਕਾਸਟ ਤੋਂ ਵੀ ਘੱਟ ਉਸਦੀ ਡਿਮਾਂਡ ਘੱਟ ਹੋਣ ਦੇ ਕਾਰਨ ਪ੍ਰਾਈਸ ਹੋਰ ਘੱਟ ਜਾਂਦੀ ਵੇਰੀਏਬਲ ਕਾਸਟ ਤੋਂ ਵੀ, ਦੈਨ ਪ੍ਰੋਡਕਸ਼ਨ ਕੀ ਫਰਮ ਇੱਕ ਪ੍ਰੋਡਕਸ਼ਨ ਕਰਨਾ ਬੰਦ ਕਰ ਦਿੰਦੀ ਆ। ਨੈਕਸਟ ਇਜ਼ ਕੰਟਰੋਲ ਓਵਰ ਕੋਸਟ। ਇਨ ਸ਼ਾਰਟ ਪੀਰੀਅਡ ਫਰਮ ਦਾ ਫਿਕਸਡ ਕਾਸਟ ਦੇ ਉੱਪਰ ਕੋਈ ਵੀ ਕੰਟਰੋਲ ਨਹੀਂ ਹੁੰਦਾ, ਚਾਹੇ ਪ੍ਰੋਡਕਸ਼ਨ ਜ਼ਿਆਦਾ ਹੋਵੇ ਚਾਹੇ ਘੱਟ ਹੋਵੇ ਉਸਨੂੰ ਫਿਕਸਡ ਕਾਸਟ ਸਹਿਣੀ ਪੈਂਦੀ ਆ ਜਿੰਨੀ ਵੀ ਹੁੰਦੀ ਆ, ਠੀਕ ਆ। ਔਨ ਦਾ ਅਦਰ ਹੈਂਡ ਫਰਮ ਦਾ ਜਿਹੜਾ ਵੇਰੀਏਬਲ ਕਾਸਟ ਦੇ ਉੱਪਰ ਪੂਰਾ ਕੰਟਰੋਲ ਹੁੰਦਾ ਆ, ਉਹ ਵੇਰੀਏਬਲ ਕਾਸਟ ਨੂੰ ਇਨਕਰੀਜ਼ ਵੀ ਕਰ ਸਕਦੀ ਹੈ ਅਤੇ ਡਿਕਰੀਜ਼ ਵੀ ਕਰ ਸਕਦੀ ਆ। ਨੈਕਸਟ ਇਜ਼ ਐਵਰੇਜ ਕਾਸਟ। ਐਵਰੇਜ ਕਾਸਟ ਇਜ਼ ਦੀ ਕਾਸਟ ਪਰ ਯੂਨਿਟ ਆਫ ਆਊਟਪੁੱਟ। ਪਰ ਯੂਨਿਟ ਆਫ ਆਊਟਪੁੱਟ ਦੀ ਕਾਸਟ ਨੂੰ ਐਵਰੇਜ ਕਾਸਟ ਕਿਹਾ ਜਾਂਦਾ ਹੈ। ਜਦੋਂ ਅਸੀਂ ਟੋਟਲ ਕਾਸਟ ਆਫ ਪ੍ਰੋਡਕਸ਼ਨ ਨੂੰ ਗਿਵਨ ਆਊਟਪੁੱਟ ਦੇ ਨਾਲ ਡਿਵਾਈਡ ਕਰਦੇ ਹਾਂ ਗਿਵਨ ਆਊਟਪੁੱਟ ਨੂੰ ਨੰਬਰ ਆਫ ਯੂਨਿਟਸ ਪ੍ਰੋਡਕਸ਼ਨ ਦੇ ਨਾਲ ਡਿਵਾਈਡ ਕਰਦੇ ਦੈਨ ਅਸੀਂ ਟੋਟਲ ਕਾਸਟ ਨੂੰ ਫਾਈਂਡ ਆਊਟ ਕਰ ਸਕਦੇ ਹਾਂ। 3 ਆਸਪੈਕਟਸ ਆਫ ਟੋਟਲ ਕਾਸਟ, ਉਸੇ ਤਰ੍ਹਾਂ ਜਿਹੜੇ ਐਵਰੇਜ ਕਾਸਟ ਦੇ ਵੀ 3 ਆਸਪੈਕਟਸ ਹੁੰਦੇ ਆ, ਐਵਰੇਜ ਫਿਕਸਡ ਕਾਸਟ, ਐਵਰੇਜ ਵੇਰੀਏਬਲ ਕਾਸਟ ਐਂਡ ਐਵਰੇਜ ਟੋਟਲ ਕਾਸਟ। ਫਸਟ ਇਜ਼ ਐਵਰੇਜ ਫਿਕਸਡ ਕਾਸਟ। ਐਵਰੇਜ ਫਿਕਸਡ ਕਾਸਟ ਇਜ਼ ਦੀ ਪਰ ਯੂਨਿਟ ਫਿਕਸਡ ਕਾਸਟ। ਜਦੋਂ ਅਸੀਂ ਟੋਟਲ ਫਿਕਸਡ ਕਾਸਟ ਨੂੰ ਆਊਟਪੁੱਟ ਦੇ ਨਾਲ ਡਿਵਾਈਡ ਕਰਦੇ ਹਾਂ ਦੈਨ ਅਸੀਂ ਕੀ ਫਾਈਂਡ ਆਊਟ ਕਰ ਸਕਦੇ ਹਾਂ ਐਵਰੇਜ ਫਿਕਸਡ ਕਾਸਟ ਨੂੰ। ਟੇਬਲ 4 ਦੇ ਵਿੱਚ ਯੂਨਿਟਸ ਆਫ ਆਊਟਪੁੱਟ ਗਿਵਨ ਐਂਡ ਟੋਟਲ ਫਿਕਸਡ ਕਾਸਟ ਨੂੰ ਜਦੋਂ ਟੋਟਲ ਫਿਕਸਡ ਕਾਸਟ ਨੂੰ ਆਊਟਪੁੱਟ ਨਾਲ ਡਿਵਾਈਡ ਕਰਦੇ ਹਾਂ ਅਸੀਂ ਐਵਰੇਜ ਫਿਕਸਡ ਕਾਸਟ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਕਿਉਂਕਿ ਫਿਕਸਡ ਕਾਸਟ ਟੋਟਲ ਫਿਕਸਡ ਕਾਸਟ ਫਿਕਸ ਹੁੰਦੀ ਆ, ਇਸ ਲਈ ਜਿਵੇਂ ਜਿਵੇਂ ਆਊਟਪੁੱਟ ਜਿੰਨਾ ਜ਼ਿਆਦਾ ਹੋਏਗਾ ਫਿਕਸਡ ਕਾਸਟ ਜਿਹੜੀ ਐਵਰੇਜ ਫਿਕਸਡ ਕਾਸਟ ਆ ਉਹ ਉਨੀ ਹੀ ਹੌਲੀ ਹੌਲੀ ਡਿਕਰੀਜ਼ ਕਰਦੀ ਜਾਂਦੀ ਆ।
ਟੇਬਲ 4 ਦੇ ਵਿੱਚ ਜਦੋਂ ਪ੍ਰੋਡਕਸ਼ਨ 1 ਆ ਤੇ ਐਵਰੇਜ ਫਿਕਸਡ ਕਾਸਟ 10 ਆ, ਜਦੋਂ ਪ੍ਰੋਡਕਸ਼ਨ 5 ਹੁੰਦਾ ਆਊਟਪੁੱਟ ਪ੍ਰੋਡਕਸ਼ਨ ਤੇ ਐਵਰੇਜ ਕਾਸਟ ਘੱਟ ਕੇ ਕਿੰਨੀ ਹੋ ਜਾਂਦੀ ਹੈ, ਦੈਟ ਇਜ਼ 2.0%। ਨੈਕਸਟ ਇਜ਼ ਐਵਰੇਜ ਵੇਰੀਏਬਲ ਕਾਸਟ। ਐਵਰੇਜ ਵੇਰੀਏਬਲ ਕਾਸਟ ਇਜ਼ ਪਰ ਯੂਨਿਟ ਵੇਰੀਏਬਲ ਕਾਸਟ। ਜਦੋਂ ਅਸੀਂ ਟੋਟਲ ਵੇਰੀਏਬਲ ਕਾਸਟ ਨੂੰ ਆਊਟਪੁੱਟ ਦੇ ਨਾਲ ਡਿਵਾਈਡ ਕਰਦੇ ਹਾਂ ਦੈਨ ਅਸੀਂ ਐਵਰੇਜ ਵੇਰੀਏਬਲ ਕਾਸਟ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਯੂਨਿਟਸ ਆਫ ਆਊਟਪੁੱਟ ਗਿਵਨ ਐਂਡ ਟੋਟਲ ਵੇਰੀਏਬਲ ਕਾਸਟ। ਜਦੋਂ ਟੋਟਲ ਵੇਰੀਏਬਲ ਕਾਸਟ ਨੂੰ ਯੂਨਿਟਸ ਆਫ ਆਊਟਪੁੱਟ ਨਾਲ ਡਿਵਾਈਡ ਕਰਦੇ ਹਾਂ ਦੈਨ ਵੀ ਕੈਨ ਫਾਈਂਡ ਐਵਰੇਜ ਵੇਰੀਏਬਲ ਕਾਸਟ। ਇਨੀਸ਼ੀਅਲ ਪੁਆਇੰਟ 'ਚ ਜਦੋਂ ਇੱਕ ਪ੍ਰੋਡਕਸ਼ਨ ਸਟਾਰਟ ਹੁੰਦਾ ਆ, ਪ੍ਰੋਡਕਸ਼ਨ ਆਊਟਪੁੱਟ ਇਨਕਰੀਜ਼ ਕਰਦਾ ਜਾਂਦਾ ਹੈ, ਜਿਹੜੀ ਐਵਰੇਜ ਵੇਰੀਏਬਲ ਕਾਸਟ ਆ ਉਹ ਡਿਕਰੀਜ਼ ਕਰਦੀ ਜਾਂਦੀ ਆ। ਜਿਵੇਂ ਕਿ 6.3 5th ਯੂਨਿਟ ਤੱਕ ਕਿ ਜਿਹੜਾ ਪ੍ਰੋਡਕਸ਼ਨ ਆ 6 ਯੂਨਿਟ ਤੱਕ ਡਿਕਰੀਜ਼ ਕਰਦਾ ਜਾ ਰਿਹਾ। ਐਵਰੇਜ ਵੇਰੀਏਬਲ ਕਾਸਟ ਆਊਟਪੁੱਟ ਇਨਕਰੀਜ਼ ਹੋਣ ਦੇ ਨਾਲ ਐਵਰੇਜ ਵੇਰੀਏਬਲ ਕਾਸਟ ਡਿਕਰੀਜ਼ ਕਰਦੀ ਜਾ ਰਹੀ ਆ, ਕਿਉਂਕਿ ਲਾਅ ਆਫ ਇਨਕਰੀਜ਼ਿੰਗ ਰਿਟਰਨ ਓਪਰੇਟਸ ਹੋ ਰਿਹਾ। ਉਸ ਤੋਂ ਬਾਅਦ ਇੱਕ ਸਟੇਜ ਆਉਂਦੀ ਆ ਕਿ ਲਾਅ ਆਫ ਡਿਮੀਨਿਸ਼ਿੰਗ ਰਿਟਰਨ ਸਟਾਰਟ ਹੋ ਜਾਂਦਾ। ਜਦੋਂ ਜਦੋਂ ਪ੍ਰੋਡਕਸ਼ਨ ਇਨਕਰੀਜ਼ ਕਰਦੇ ਜਾਂਦੇ ਆ ਤਾਂ ਐਵਰੇਜ ਕਾਸਟ ਆ ਉਹ ਜਿਹੜੀ ਇਨਕਰੀਜ਼ ਕਰਨ ਲੱਗ ਜਾਂਦੀ ਆ। ਇਸ ਲਈ ਜਿਹੜੀ ਐਵਰੇਜ ਵੇਰੀਏਬਲ ਕਾਸਟ ਦੀ ਸ਼ੇਪ ਹੁੰਦੀ ਆ ਉਹ ਯੂ ਸ਼ੇਪਡ ਹੁੰਦੀ ਆ ਕਿ ਪਹਿਲਾਂ ਉਹ ਡਿਕਰੀਜ਼ ਕਰਦੀ ਆ, ਬਾਅਦ ਵਿੱਚ ਕੌਂਸਟੈਂਟ ਹੋ ਜਾਂਦੀ ਆ ਅਤੇ ਬਾਅਦ ਵਿੱਚ ਫਿਰ ਇਨਕਰੀਜ਼ ਕਰਨ ਲੱਗ ਜਾਂਦੀ ਆ। ਥਰਡ ਇਜ਼ ਐਵਰੇਜ ਟੋਟਲ ਕਾਸਟ ਔਰ ਐਵਰੇਜ ਕਾਸਟ। ਐਵਰੇਜ ਟੋਟਲ ਕਾਸਟ ਇਜ਼ ਦੀ ਟੋਟਲ ਕਾਸਟ ਪਰ ਯੂਨਿਟ ਆਫ ਆਊਟਪੁੱਟ। ਜਦੋਂ ਅਸੀਂ ਟੋਟਲ ਕਾਸਟ ਨੂੰ ਆਊਟਪੁੱਟ ਦੇ ਨਾਲ ਡਿਵਾਈਡ ਕਰਦੇ ਹਾਂ ਅਤੇ ਅਸੀਂ ਐਵਰੇਜ ਕਾਸਟ ਨੂੰ ਫਾਈਂਡ ਆਊਟ ਕਰ ਸਕਦੇ ਹਾਂ, ਜਾਂ ਜਦੋਂ ਅਸੀਂ ਐਵਰੇਜ ਫਿਕਸਡ ਕਾਸਟ ਅਤੇ ਐਵਰੇਜ ਵੇਰੀਏਬਲ ਕਾਸਟ ਦਾ ਸਮ ਅਪ ਕਰਕੇ ਐਵਰੇਜ ਕਾਸਟ ਨੂੰ ਫਾਈਂਡ ਆਊਟ ਕੀਤਾ ਜਾ ਸਕਦਾ ਹੈ। ਟੇਬਲ 6 ਦੇ ਵਿੱਚ ਸ਼ੋ ਕੀਤਾ ਗਿਆ ਕਿ ਜਦੋਂ 7th ਯੂਨਿਟ ਤੱਕ ਜਿਹੜੀ ਸਿਕਸਥ ਯੂਨਿਟ ਤੱਕ ਜਿਹੜੀ ਐਵਰੇਜ ਕਾਸਟ ਆ, ਟੋਟਲ ਐਵਰੇਜ ਕਾਸਟ ਉਹ ਡਿਕਲਾਈਨ ਕਰ ਰਹੀ ਆ, ਦੈਟ ਇਜ਼ 8 ਪੁਆਇੰਟ। ਠੀਕ ਹੈ, 7th ਪੁਆਇੰਟ 'ਤੇ ਆ ਕੇ ਉਹ ਕੀ ਹੋ ਗਈ, ਕੌਂਸਟੈਂਟ ਹੋ ਗਈ, ਬਿਕੋਜ਼ ਕਿਉਂਕਿ 6 ਪੁਆਇੰਟ ਤੱਕ ਜਿਹੜੀ ਐਵਰੇਜ ਫਿਕਸਡ ਕਾਸਟ ਆ ਅਤੇ ਐਵਰੇਜ ਵੇਰੀਏਬਲ ਕਾਸਟ ਆ ਉਹ ਵੀ ਦੋਨੋਂ ਡਿਕਰੀਜ਼ ਕਰ ਰਹੀਆਂ ਸੀ, ਇਸ ਲਈ ਐਵਰੇਜ ਕਾਸਟ ਵੀ ਡਿਕਰੀਜ਼ ਕਰ ਰਹੀ ਸੀ ਓਵਰਆਲ। 7th ਪੁਆਇੰਟ ਦੇ ਵਿੱਚ ਜਿਹੜੀ ਐਵਰੇਜ ਫਿਕਸਡ ਕਾਸਟ ਤਾਂ ਡਿਕਰੀਜ਼ ਕਰ ਰਹੀ ਆ, ਬਟ ਐਵਰੇਜ ਵੇਰੀਏਬਲ ਕਾਸਟ ਉਹ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ, ਇਸ ਲਈ ਜਿਹੜੀ ਐਵਰੇਜ ਕਾਸਟ ਆ ਉਹ ਕੌਂਸਟੈਂਟ ਹੋ ਜਾਂਦੀ ਆ। 8th ਪੁਆਇੰਟ ਦੇ ਵਿੱਚ ਐਵਰੇਜ ਫਿਕਸਡ ਕਾਸਟ ਤਾਂ ਡਿਕਰੀਜ਼ ਕਰਦੇ ਆ, ਬਟ ਐਵਰੇਜ ਵੇਰੀਏਬਲ ਕਾਸਟ ਹੋਰ ਇਨਕਰੀਜ਼ ਕਰ ਜਾਂਦੀ, ਇਸ ਲਈ ਐਵਰੇਜ ਕਾਸਟ ਜਿਹੜੀ ਆ ਓਵਰਆਲ ਉਹ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ। ਇਸ ਲਈ ਜਿਹੜੀ ਐਵਰੇਜ ਕਾਸਟ ਦਾ ਸ਼ੇਪ ਹੁੰਦੀ ਉਹ ਵੀ ਯੂ ਸ਼ੇਪ ਦੀ ਹੁੰਦੀ ਹੈ। ਐਵਰੇਜ ਕਾਸਟ ਕਰਵ ਯੂ ਸ਼ੇਪਡ ਹੁੰਦਾ ਹੈ। ਇਟ ਸਿਗਨੀਫਾਈਜ਼ ਦੈਟ ਇਨੀਸ਼ੀਅਲੀ ਜਦੋਂ ਆਊਟਪੁੱਟ ਇਨਕਰੀਜ਼ ਕਰਦਾ ਆ ਤਾਂ ਐਵਰੇਜ ਕਾਸਟ ਕਰਵ ਡਿਕਰੀਜ਼ ਕਰਦੀ ਆ, ਉਸ ਤੋਂ ਬਾਅਦ ਕੌਂਸਟੈਂਟ ਹੋ ਜਾਂਦੀ ਪੁਆਇੰਟ ਤੋਂ ਬਾਅਦ, ਅਤੇ ਉਸ ਤੋਂ ਬਾਅਦ ਫਿਰ ਇਨਕਰੀਜ਼ ਕਰਨਾ ਸ਼ੁਰੂ ਕਰ ਦਿੰਦੀ ਆ। ਇਸ ਦਾ ਰੀਜ਼ਨ ਇਹ ਆ ਕਿ ਇਨੀਸ਼ੀਅਲੀ ਜਦੋਂ ਆਊਟਪੁੱਟ ਇਨਕਰੀਜ਼ ਕਰਦਾ ਹੈ ਤਾਂ ਇਨੀਸ਼ੀਅਲੀ ਲਾਅ ਆਫ ਇਨਕਰੀਜ਼ਿੰਗ ਰਿਟਰਨ ਅਪਲਾਈ ਹੁੰਦਾ ਆ, ਉਸ ਤੋਂ ਬਾਅਦ ਕੌਂਸਟੈਂਟ ਰਿਟਰਨ ਐਪਲੀਕੇਬਲ ਹੋ ਜਾਂਦਾ ਅਤੇ ਉਸ ਤੋਂ ਬਾਅਦ ਡਿਮੀਨਿਸ਼ਿੰਗ ਰਿਟਰਨ ਅਪਲਾਈ ਹੋ ਜਾਂਦਾ, ਜਿਸ ਕਾਰਨ ਜਿਹੜੀ ਐਵਰੇਜ ਕਾਸਟ ਕਰਵ ਆ ਉਹ ਯੂ ਸ਼ੇਪ ਦੀ ਹੁੰਦੀ ਆ। ਨੈਕਸਟ ਇਜ਼ ਵਾਈ ਇਜ਼ ਦੀ ਸ਼ਾਰਟ ਰਨ ਐਵਰੇਜ ਕਾਸਟ ਕਰਵ ਯੂ ਸ਼ੇਪਡ। First point is interaction of average fixed cost and average variable cost। ਜਿਹੜਾ average cost ਆ ਉਹ average cost is the aggregate of average fixed cost and average variable cost, that is average fixed cost ਅਤੇ average variable cost ਦੇ ਸਮ ਦੇ ਨਾਲ ਅਸੀਂ average cost ਨੂੰ find out ਕਰ ਸਕਦੇ ਹਾਂ। ਇਨੀਸ਼ੀਅਲੀ ਜਦੋਂ ਪ੍ਰੋਡਕਸ਼ਨ ਇਨਕਰੀਜ਼ ਹੁੰਦਾ ਆ ਅਤੇ ਜਿਹੜੀ average fixed cost ਆ ਉਹ ਫੋਲ ਕਰਨਾ ਸਟਾਰਟ ਕਰ ਜਾਂਦੀ ਆ। ਇਨੀਸ਼ੀਅਲ ਸਟੇਜ ਆਫ ਪ੍ਰੋਡਕਸ਼ਨ ਦੇ ਵਿੱਚ ਐਵਰੇਜ ਵੇਰੀਏਬਲ ਕਾਸਟ ਉਹ ਵੀ ਫੋਲ ਕਰਨਾ ਸਟਾਰਟ ਕਰ ਜਾਂਦੀ ਆ, ਇਸ ਲਈ ਜਿਹੜੀ ਐਗਰੀਗੇਟ ਐਵਰੇਜ ਕਾਸਟ ਕਰਵ ਆ ਦੋਨੋਂ ਐਵਰੇਜ ਫਿਕਸਡ ਕਾਸਟ ਅਤੇ ਐਵਰੇਜ ਵੇਰੀਏਬਲ ਕਾਸਟ ਡਿਕਰੀਜ਼ ਹੋਣ ਦੇ ਕਾਰਨ ਓਵਰਆਲ ਐਵਰੇਜ ਕਾਸਟ ਡਿਕਲਾਈਨ ਕਰਦੀ ਆ। ਫਿਰ ਇੱਕ ਪੁਆਇੰਟ ਤੋਂ ਬਾਅਦ ਜਦੋਂ ਪ੍ਰੋਡਕਸ਼ਨ ਇਨਕਰੀਜ਼ ਕਰਦੇ ਜਾਂਦੇ ਆ ਐਵਰੇਜ ਫਿਕਸਡ ਕਾਸਟ ਤਾਂ ਡਿਕਲਾਈਨ ਕਰਦੀ ਆ, ਬਟ ਐਵਰੇਜ ਵੇਰੀਏਬਲ ਕਾਸਟ ਆ ਉਹ ਇਨਕਰੀਜ਼ ਕਰਨਾ ਸ਼ੁਰੂ ਕਰ ਦਿੰਦੀ ਆ, ਜਿਸ ਕਾਰਨ ਜਿਹੜੀ ਓਵਰਆਲ ਐਵਰੇਜ ਕਾਸਟ ਕਰਵ ਆ ਉਹ ਕੀ ਆ ਅਪਵਰਡ ਮੂਵ ਕਰਨਾ ਸ਼ੁਰੂ ਕਰ ਦਿੰਦੀ, ਦੈਟ ਇਜ਼ ਉਹ ਇਨਕਰੀਜ਼ ਕਰ, ਜਿਸ ਕਾਰਨ ਐਵਰੇਜ ਕਰਵ ਇਨਕਰੀਜ਼ ਕਰਨਾ ਸਟਾਰਟ ਕਰ ਦਿੰਦੀ ਅਪਵਰਡ ਨੂੰ।
It is because after reaching its minimum level, rate of increase in average variable cost is much more than rate of decrease in average fixed cost। ਕਿਉਂਕਿ ਜਿੰਨਾ ਫਿਕਸਡ ਕਾਸਟ ਵਿੱਚ ਡਿਕਰੀਜ਼ ਆਉਂਦਾ ਆ, ਐਵਰੇਜ ਵੇਰੀਏਬਲ ਕਾਸਟ ਵਿੱਚ ਜਿਹੜਾ ਇਨਕਰੀਜ਼ ਆਉਂਦਾ ਉਸ 'ਤੇ ਕੰਪੈਰੇਟਿਵਲੀ ਜ਼ਿਆਦਾ ਹੁੰਦਾ ਆ, ਜਿਸ ਕਾਰਨ ਜਿਹੜਾ ਨੈਟ ਇਫੈਕਟ ਕੀ ਪੈਂਦਾ ਆ ਕਿ ਐਵਰੇਜ ਕਾਸਟ ਉਹ ਅਪਵਰਡ ਇਨਕਰੀਜ਼ ਕਰਨਾ ਸ਼ੁਰੂ ਕਰ ਜਾਂਦੀ ਆ। ਨੈਕਸਟ ਇਜ਼ ਐਪਲੀਕੇਸ਼ਨ ਆਫ ਦੀ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ। ਕਿ ਜਿਹੜਾ ਐਵਰੇਜ ਕਾਸਟ ਕਰਵ ਯੂ ਸ਼ੇਪਡ ਕਿਉਂ ਹੁੰਦੀ ਆ, ਬਿਕੋਜ਼ ਆਫ ਵੇਰੀਏਬਲ ਪ੍ਰੋਪੋਰਸ਼ਨ ਦੇ ਕਾਰਨ। ਕਿਉਂਕਿ ਇਨੀਸ਼ੀਅਲੀ ਜਦੋਂ ਆਊਟਪੁੱਟ ਸਟਾਰਟ ਕਰਦੇ ਆ, ਪ੍ਰੋਡਕਸ਼ਨ ਇਨਕਰੀਜ਼ ਹੁੰਦਾ, ਦੈਨ ਉਸ ਟਾਈਮ ਲਾਅ ਆਫ ਇਨਕਰੀਜ਼ਿੰਗ ਰਿਟਰਨ ਪਹਿਲਾਂ ਐਪਲੀਕੇਬਲ ਹੋ ਜਾਂਦਾ, ਜਿਸ ਕਾਰਨ ਜਿਹੜੀ ਕਾਸਟ ਡਿਕਰੀਜ਼ ਕਰਦੀ ਆ। ਉਸ ਤੋਂ ਬਾਅਦ ਲਾਅ ਆਫ ਕੌਂਸਟੈਂਟ ਰਿਟਰਨ ਐਪਲੀਕੇਬਲ ਹੁੰਦਾ, ਜਿਸ ਕਾਰਨ ਜਿਹੜੀ ਆ ਐਵਰੇਜ ਕਾਸਟ ਕਰਵ ਮਿਨੀਮਮ ਪੁਆਇੰਟ 'ਤੇ ਪਹੁੰਚ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਲਾਅ ਆਫ ਡਿਮੀਨਿਸ਼ਿੰਗ ਰਿਟਰਨ ਐਪਲੀਕੇਬਲ ਹੋ ਜਾਂਦਾ, ਜਿਸ ਕਾਰਨ ਕਾਸਟ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ। ਇਸ ਕਰਕੇ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਵੀਕ ਰੀਜ਼ਨ ਆ, ਜਿਸ ਕਾਰਨ ਜਿਹੜੀ ਐਵਰੇਜ ਕਾਸਟ ਕਰਵ ਯੂ ਸ਼ੇਪ ਦੀ ਹੁੰਦੀ ਆ। ਨੈਕਸਟ ਇਜ਼ ਮਾਰਜਨਲ ਕਾਸਟ। Marginal cost is the increase in total cost when output is increased by 1 unit। Marginal cost ਕੀ ਆ ਕਿ ਜਦੋਂ ਇੱਕ ਐਕਸਟਰਾ ਯੂਨਿਟ ਪ੍ਰੋਡਕਸ਼ਨ ਕਰਨ ਦੇ ਨਾਲ ਕਾਸਟ ਵਿੱਚ ਕੀ ਚੇਂਜ ਆਉਂਦੀ ਹੈ ਟੋਟਲ ਕਾਸਟ ਵਿੱਚ, ਉਸਨੂੰ ਮਾਰਜਨਲ ਕਾਸਟ ਕਿਹਾ ਜਾਂਦਾ ਆ। ਸਪੋਜ਼ 5 ਯੂਨਿਟਸ ਦਾ ਪ੍ਰੋਡਕਸ਼ਨ ਕਰਨ ਦੇ ਲਈ ਇੱਕ ਫਾਰਮ 'ਤੇ 135 ਰੁਪੀਜ਼ ਲੱਗਦੀ। ਇੱਕ ਐਕਸਟਰਾ ਯੂਨਿਟ ਦੈਟ ਮੀਨਸ 6 ਯੂਨਿਟ ਪ੍ਰੋਡਕਸ਼ਨ ਕਰਨ 'ਤੇ ਜਿਹੜੀ ਕਾਸਟ ਲੱਗੀ ਉਹ ਕੀ ਆ 180 ਮਾਈਨਸ 135 ਇਜ਼ ਇਕੁਅਲ ਟੂ 45। ਦੈਟ ਮੀਨਸ ਇੱਕ ਐਕਸਟਰਾ ਯੂਨਿਟ ਪ੍ਰੋਡਿਊਸ ਕਰਨ ਦੇ ਲਈ ਕਾਸਟ ਵਿੱਚ ਟੋਟਲ ਕਾਸਟ ਵਿੱਚ ਕਿੰਨਾ ਡਿਫਰੈਂਸ ਆਇਆ, ਦੈਟ ਇਜ਼ 45। ਉਸਨੂੰ ਕੀ ਕਿਹਾ ਜਾਂਦਾ ਆ, ਮਾਰਜਨਲ ਕਾਸਟ ਕਿਹਾ ਜਾਂਦਾ ਹੈ। ਟੇਬਲ 7 ਦੇ ਵਿੱਚ ਮਾਰਜਨਲ ਕਾਸਟ ਨੂੰ ਸ਼ੋ ਕੀਤਾ ਗਿਆ। ਯੂਨਿਟਸ ਆਫ ਆਊਟਪੁੱਟ ਐਂਡ ਟੋਟਲ ਕਾਸਟ ਗਿਵਨ ਆ। ਚਲੋ ਯੂਨਿਟਸ ਆਫ ਆਊਟ 1 ਸੀ, ਟੋਟਲ ਕਾਸਟ 20 ਸੀ। ਇੱਕ ਐਕਸਟਰਾ ਯੂਨਿਟ ਪ੍ਰੋਡਿਊਸ ਕਰਨ ਲਈ 2, ਟੋਟਲ ਕਾਸਟ ਕਿੰਨੀ ਹੋਈ 20। ਦੈਟ ਮੀਨਸ ਚੇਂਜ ਕਿੰਨਾ ਹੈ ਉਹਦੇ ਵਿੱਚ 8। ਇਸ ਤਰ੍ਹਾਂ ਮਾਰਜਨਲ ਕਾਸਟ ਕੀ ਸ਼ੋ ਕਰਦੀ ਹੈ ਕਿ ਇੱਕ ਐਕਸਟਰਾ ਯੂਨਿਟ ਦਾ ਪ੍ਰੋਡਕਸ਼ਨ ਕਰਨ ਦੇ ਨਾਲ ਟੋਟਲ ਕਾਸਟ ਵਿੱਚ ਕਿੰਨਾ ਚੇਂਜ ਆਉਂਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ, ਮਾਰਜਨਲ ਕਾਸਟ ਕਿਹਾ ਜਾਂਦਾ ਹੈ। ਨੈਕਸਟ ਇਜ਼ ਵਾਈ ਇਜ਼ ਮਾਰਜਨਲ ਕਾਸਟ ਕਰਵ ਯੂ ਸ਼ੇਪਡ। Marginal cost curve refers to change in total cost or variable cost caused by the production of one more unit of output। ਇਨੀਸ਼ੀਅਲੀ ਜਦੋਂ ਪ੍ਰੋਡਕਸ਼ਨ ਇਨਕਰੀਜ਼ ਕੀਤਾ ਜਾਂਦਾ ਆ, ਦੈਨ ਟੋਟਲ ਕਾਸਟ ਅਤੇ ਵੇਰੀਏਬਲ ਕਾਸਟ ਇਨਕਰੀਜ਼ ਕਰਦੀਆਂ, ਬਟ ਡਿਮੀਨਿਸ਼ਿੰਗ ਰੇਟ 'ਤੇ। ਕਿਉਂਕਿ ਲਾਅ ਆਫ ਇਨਕਰੀਜ਼ਿੰਗ ਰਿਟਰਨ ਆਫ ਫੈਕਟਰ ਐਪਲੀਕੇਬਲ ਹੋ ਜਾਂਦਾ ਇਨੀਸ਼ੀਅਲ ਸਟੇਜ ਆਫ ਪ੍ਰੋਡਕਸ਼ਨ 'ਤੇ, ਜਿਸ ਕਾਰਨ ਫਰਮ ਨੂੰ ਸੈਵਰਲ ਇਕੋਨਮੀਜ਼ ਇੰਜੋਏ ਕਰਨ ਨੂੰ ਮਿਲਦੀਆਂ। ਦੈਟ ਮੀਨਸ ਬਹੁਤ ਸਾਰੇ ਬੈਨੀਫਿਟਸ ਹੁੰਦੀਆਂ, ਉਸਨੂੰ ਸੇਵਿੰਗਸ ਹੁੰਦੀਆਂ। ਇਸ ਕਾਰਨ ਐਜ਼ ਏ ਰਿਜ਼ਲਟ ਜਿਹੜਾ ਕਾਸਟ ਆਫ ਐਵਰੀ ਐਡੀਸ਼ਨਲ ਯੂਨਿਟਸ ਹੁੰਦੀ ਆ ਉਹ ਲੈਸ ਹੁੰਦੀ ਜਾਂਦੀ ਹੈ। ਜਿਸ ਕਾਰਨ ਜਿਹੜੀ ਮਾਰਜਨਲ ਕਾਸਟ ਆ ਪਹਿਲਾਂ ਡਿਕਰੀਜ਼ ਕਰਦੀ ਜਾਂਦੀ ਆ। ਬਾਅਦ ਵਿੱਚ ਇੱਕ ਮਿਨੀਮਮ ਪੁਆਇੰਟ ਤੋਂ ਬਾਅਦ ਜਦੋਂ ਇਨਕਰੀਜ਼ਿੰਗ ਰਿਟਰਨ ਫੈਕਟਰ ਦੀ ਜਗ੍ਹਾ ਲਾਅ ਆਫ ਡਿਮੀਨਿਸ਼ਿੰਗ ਰਿਟਰਨ ਐਪਲੀਕੇਬਲ ਹੋਣਾ ਸਟਾਰਟ ਹੋ ਜਾਂਦਾ, ਜਿਸ ਕਾਰਨ ਸੈਵਰਲ ਡਿਸਇਕੋਨਮੀਜ਼ ਨਾਲ ਸਫਰ ਹੋਣਾ ਪੈਂਦਾ ਫਰਮਸ ਨੂੰ, ਜਿਸ ਕਾਰਨ ਐਵਰੀ ਐਡੀਸ਼ਨ ਯੂਨਿਟਸ ਦੇ ਨਾਲ ਜਿਹੜਾ ਕਾਸਟ ਲੱਗਦੀ ਜਾਂਦੀ ਆ ਉਹ ਜ਼ਿਆਦਾ ਹੁੰਦੀ ਜਾਂਦੀ ਹੈ। ਇਸ ਲਈ ਜਿਹੜੀ ਮਾਰਜਨਲ ਕਾਸਟ ਆ ਉਹ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਹੈ। ਇਸ ਲਈ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਦੇ ਕਾਰਨ ਜਿਹੜੀ ਮਾਰਜਨਲ ਕਾਸਟ ਕਰਵ ਉਹ ਵੀ ਯੂ ਸ਼ੇਪ ਦੀ ਹੁੰਦੀ ਆ, ਬਿਕੋਜ਼ ਕਿ ਪਹਿਲਾਂ ਇਨਕਰੀਜ਼ਿੰਗ ਰਿਟਰਨ ਟੂ ਫੈਕਟਰ ਐਪਲੀਕੇਬਲ ਹੁੰਦਾ, ਜਿਸ ਕਾਰਨ ਕਾਸਟ ਡਿਕਰੀਜ਼ ਕਰਦੀ ਆ, ਐਂਡ ਬਾਅਦ ਵਿੱਚ ਲਾਅ ਆਫ ਡਿਮੀਨਿਸ਼ਿੰਗ ਰਿਟਰਨ ਐਪਲੀਕੇਬਲ ਕਰ ਜਾਂਦਾ, ਜਿਸ ਕਾਰਨ ਕਾਸਟ ਇਨਕਰੀਜ਼ ਕਰਨ ਲੱਗ ਜਾਂਦੀ ਆ। ਇਸ ਕਾਰਨ ਜਿਹੜਾ ਮਾਰਜਨਲ ਕਾਸਟ ਹੁੰਦੀ ਆ ਉਸਦੀ ਸ਼ੇਪ ਵੀ ਯੂ ਸ਼ੇਪਡ ਹੁੰਦੀ ਆ।